हेलो एंड वेलकम टू परफाउंड साइंटिफिक नॉलेज यूट्यूब चैनल। हाँ जी स्टूडेंट्स, अज आप क्लास 9th टॉपिक कैन मैटर चेंज इन इट्स स्टेट डिस्कस करन जा रहे हैं। ਇਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਸਭ ਤੋਂ ਪਹਿਲਾਂ ਕਿਹਾ ਹੋਇਆ, ਕਹਿੰਦੇ ਵੀ ਆਲ ਨੋ ਫਰੋਮ ਆਵਰ ਆਬਜ਼ਰਵੇਸ਼ਨ ਦੈਟ ਵਾਟਰ ਕੈਨ ਐਗਜ਼ਿਸਟ ਇਨ 3 ਸਟੇਟਸ ਆਫ ਮੈਟਰ। ਯੈਸ, ਜਿਵੇਂ ਹੁਣ ਆਪਣਾ ਸੋਲਿਡ ਹੈ, ਸੋਲਿਡ ਲਿਕੁਇਡ ਐਂਡ ਗੈਸੀਅਸ ਤਿੰਨੋਂ ਸਟੇਟਸ ਨੇ ਆਪਣੀਆਂ ਮੈਟਰ ਦੀਆਂ। ਆਈਸ ਆਪਣੀ ਕਿਹਦੇ ਵਿੱਚ ਐਗਜ਼ਿਸਟ ਕਰਦੀ ਹੈ ਐਜ਼ ਅ ਸੋਲਿਡ ਸਟੇਟ, ਔਰ ਵਾਟਰ ਜਿਹੜਾ ਐਗਜ਼ਿਸਟ ਕਰਦਾ ਐਜ਼ ਅ ਲਿਕੁਇਡ ਸਟੇਟ। ਐਂਡ ਸੇਮ ਵਾਟਰ ਵੇਪਰ ਹੈ, ਕਾਹਦੇ ਵਿੱਚ ਐਗਜ਼ਿਸਟ ਕਰਦੇ ਨੇ ਗੈਸੀਅਸ ਸਟੇਟਸ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਆਪਾਂ ਨੂੰ ਦੱਸਿਆ ਹੋਇਆ ਇਫੈਕਟ ਆਫ ਚੇਂਜ ਆਫ ਟੈਂਪਰੇਚਰ। ਨੈਕਸਟ ਇਹਨਾਂ ਨੇ ਕਿਹਾ ਵੀ ਜਿਹੜਾ ਟੈਂਪਰੇਚਰ ਦਾ ਕੀ ਇਫੈਕਟ ਪੈਂਦਾ ਹੈ। ਇਫੈਕਟ ਆਫ ਚੇਂਜ ਆਫ ਟੈਂਪਰੇਚਰ ਦੇ ਵਿੱਚ ਜਿਵੇਂ ਜਿਵੇਂ ਆਪਣੀ ਜਿਹੜੀ ਸੋਲਿਡਸ ਦੇ ਕੇਸ ਜੇ ਆਪਾਂ ਗੱਲ ਕਰੀਏ ਔਨ ਇਨਕਰੀਜ਼ਿੰਗ ਦ ਟੈਂਪਰੇਚਰ ਆਫ ਸੋਲਿਡ, ਜੇ ਸੋਲਿਡਸ ਦਾ ਆਪਾਂ ਟੈਂਪਰੇਚਰ ਇਨਕਰੀਜ਼ ਕਰ ਦਈਏ ਸੋਲਿਡ ਸਟੇਟ ਦਾ, ਕੋਈ ਵੀ ਆਪਾਂ ਸੋਲਿਡ ਲੈ ਲਿਆ, ਉਹਦਾ ਟੈਂਪਰੇਚਰ ਜੇ ਆਪਾਂ ਵਧਾਵਾਂਗੇ ਤਾਂ ਜਿਹੜੀ ਵੀ ਕਾਈਨੈਟਿਕ એનર્ਜੀ ਆ ਪਾਰਟੀਕਲਸ ਦੀ ਉਹ ਇਨਕਰੀਜ਼ ਹੋਊਗੀ। ਆਪਾਂ ਪਹਿਲਾਂ ਡਿਸਕਸ ਕਰਿਆ, ਲਾਸਟ ਜਿਹੜਾ ਲੈਕਚਰ ਲਗਾਇਆ ਸੀ ਉਹਦੇ ਵਿੱਚ ਦੱਸਿਆ ਸੀਗਾ ਕਿ ਜਿਹੜੇ ਸੋਲਿਡ ਹੁੰਦੇ ਆ, ਸੋਲਿਡਸ ਦੇ ਕੇਸ ਵਿੱਚ ਜਿਹੜੀਆਂ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ ਉਹ ਕਾਫੀ ਜ਼ਿਆਦਾ ਹੋਣਗੀਆਂ, ਜਿਹਦੀ ਵਜ੍ਹਾ ਦੇ ਨਾਲ ਕੀ ਹੋਊਗਾ ਜਦੋਂ ਹੁਣ ਇਸ ਕੇਸ ਵਿੱਚ ਉਹਨਾਂ ਨੇ ਜਿਹੜਾ ਚੇਂਜ ਆਫ ਟੈਂਪਰੇਚਰ ਦਾ ਇਫੈਕਟ ਆ, ਇਹ ਟੌਪਿਕ ਹੈ ਜਿਹੜਾ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਆਪਾਂ ਟੈਂਪਰੇਚਰ ਨੂੰ ਇਨਕਰੀਜ਼ ਕਰਾਂਗੇ, ਟੈਂਪਰੇਚਰ ਨੂੰ ਵਧਾਵਾਂਗੇ, ਤਾਂ ਜਿਹੜੀ ਸੋਲਿਡ ਦੀ ਕਾਈਨੈਟਿਕ એનર્ਜੀ ਹੈ ਪਾਰਟੀਕਲਸ ਦੀ ਉਹ ਕੀ ਹੋਊਗੀ, ਇਨਕਰੀਜ਼ ਹੋਊਗੀ। ਮਤਲਬ ਇਹਦੇ ਵਿੱਚ ਕੀ ਹੋਊਗਾ ਵੀ ਜਿਹੜੇ ਪਾਰਟੀਕਲਸ ਨੇ ਉਹ ਕੀ ਕਰਨਾ ਸਟਾਰਟ ਕਰਨਗੇ, ਵਾਈਬ੍ਰੇਟ ਕਰਨਾ ਸਟਾਰਟ ਕਰਨਗੇ, ਗ੍ਰੇਟਰ ਸਪੀਡ ਦੇ ਨਾਲ ਉਹ ਵਾਈਬ੍ਰੇਟ ਕਰਨਾ ਸਟਾਰਟ ਕਰ ਦੇਣਗੇ। ਕਿਵੇਂ ਕਰਨਗੇ ਕਿ ਜਿਹੜੀ ਇਹਦੇ ਵਿੱਚ ਜਦੋਂ ਲਾਸਟ ਲੈਕਚਰ 'ਚ ਆਪਾਂ ਪੜ੍ਹਿਆ ਸੀ, ਜਦੋਂ ਸੋਲਿਡਸ ਦੇ ਵਿੱਚ ਕੀ ਹੁੰਦੇ, ਸੋਲਿਡ ਦੇ ਮੋਲੀਕਿਊਲਸ ਜਾਂ ਪਾਰਟੀਕਲਸ ਆਪਾਂ ਕਹਿੰਦੇ ਆ, ਉਹਨਾਂ ਵਿੱਚ ਫੋਰਸਿਸ ਆਫ ਅਟਰੈਕਸ਼ਨ ਬਹੁਤ ਸਟਰੋਂਗ ਹੁੰਦੀਆਂ ਨੇ, ਇਹ ਪੜ੍ਹਿਆ ਸੀ ਆਪਾਂ। ਲਿਕੁਇਡ ਦੇ ਕੇਸ ਵਿੱਚ ਵੀਕ ਹੋਣਗੀਆਂ ਐਂਡ ਗੈਸੀਅਸ ਜਿਹੜੀ ਸਟੇਟ ਹੁੰਦੀ ਆਪਣੀ ਉਹਦੇ ਵਿੱਚ ਵੈਰੀ ਵੀਕ ਹੋਣਗੀਆਂ ਫੋਰਸਿਸ ਆਫ ਅਟਰੈਕਸ਼ਨ। ਪਰ ਹੁਣ ਇੱਥੇ ਸੋਲਿਡ ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਜਿਹੜੀਆਂ ਫੋਰਸਿਸ ਆਫ ਅਟਰੈਕਸ਼ਨ ਹੈ ਉਹ ਕਾਫੀ ਜ਼ਿਆਦਾ ਹੋਣਗੀਆਂ। ਪਰ ਜਦੋਂ ਆਪਾਂ ਟੈਂਪਰੇਚਰ ਇਨਕਰੀਜ਼ ਕਰਤਾ, ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਕੀ ਹੋਊਗਾ, ਕਾਈਨੈਟਿਕ એનર્ਜੀ ਵਧੂਗੀ। ਜਦੋਂ ਕਾਈਨੈਟਿਕ એનર્ਜੀ ਜਿਹੜੀ ਉਹ ਕੀ ਹੋਗੀ, ਇਨਕਰੀਜ਼ ਹੋਗੀ, ਤਾਂ ਜਿਹੜਾ ਆਪਣੇ ਕੋਲ ਪਾਰਟੀਕਲ ਹੈ ਉਹ ਕੀ ਵਾਈਬ੍ਰੇਟ ਕਰਨਾ ਸਟਾਰਟ ਕਰ ਦੇਣਗੇ ਗ੍ਰੇਟਰ ਸਪੀਡ ਦੇ ਨਾਲ। ਮਤਲਬ ਫੋਰਸਿਸ ਆਫ ਅਟਰੈਕਸ਼ਨ ਓਵਰਕਮ ਹੋ ਜਾਣਗੀਆਂ, ਓਵਰਕਮ ਮੀਨਸ ਘਟ ਜਾਣਗੀਆਂ। ਟੈਂਪਰੇਚਰ ਵਧਾਵਾਂਗੇ ਤਾਂ ਆਬਵੀਅਸਲੀ ਪਾਰਟੀਕਲਸ ਨੇ ਜਿਹੜੇ ਦੂਰ ਦੂਰ ਹੋਣਗੇ, ਮੀਨਸ ਪਾਰਟੀਕਲਸ ਕੀ ਕਰਨਗੇ, ਫ੍ਰੀਲੀ ਹੈ ਜਿਹੜਾ ਉਹ ਕੀ ਕਰ ਪਾਉਣਗੇ, ਮੂਵ ਕਰ ਪਾਉਣਗੇ। ਉਸ ਤੋਂ ਬਾਅਦ ਨੈਕਸਟ ਉਹਨਾਂ ਨੇ ਆਪਾਂ ਨੂੰ ਕਿਹਾ ਹੋਇਆ ਕਿ ਮੈਲਟਿੰਗ ਪੁਆਇੰਟ ਕੀ ਹੁੰਦਾ। ਵਾਟ ਡੂ ਯੂ ਮੀਨ ਬਾਈ ਮੈਲਟਿੰਗ ਪੁਆਇੰਟ? ਕਹਿੰਦੇ the temperature at which a solid melts to become a liquid at atmospheric pressure is called its melting point। ਜਿਹੜੇ ਟੈਂਪਰੇਚਰ ਤੇ ਸੋਲਿਡ ਮੈਲਟ ਹੋ ਜਾਂਦਾ, ਸੋਲਿਡ ਕਿਹਦੇ ਵਿੱਚ ਚੇਂਜ ਹੋ ਜਾਂਦਾ, when solid get converted into liquid form, ਜਦੋਂ ਲਿਕੁਇਡ ਸਟੇਟ ਦੇ ਵਿੱਚ ਕਨਵਰਟ ਹੋ ਜਾਂਦਾ ਸੋਲਿਡ, ਉਸ ਪ੍ਰੋਸੈਸ ਨੂੰ ਐਟ ਐਟਮੋਸਫੇਰਿਕ ਪ੍ਰੈਸ਼ਰ ਕੀ ਅਪਲਾਈ ਕਰਦੇ ਆ, ਐਟਮੋਸਫੇਰਿਕ ਪ੍ਰੈਸ਼ਰ ਤੇ ਜਦੋਂ ਕੋਈ ਵੀ ਜਿਹੜਾ ਆਪਣਾ ਕੀ ਹੈ ਸੋਲਿਡ ਕਿਚ ਕਨਵਰਟ ਹੁੰਦਾ ਲਿਕੁਇਡ ਫਾਰਮ ਦੇ ਵਿੱਚ, ਲਿਕੁਇਡ ਸਟੇਟ ਦੇ ਵਿੱਚ, ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹੁੰਦੇ ਆ ਮੈਲਟਿੰਗ ਪੁਆਇੰਟ। ਨੈਕਸਟ ਉਹਨਾਂ ਨੇ ਆਪਾਂ ਨੂੰ ਕਿਹਾ, ਕਹਿੰਦੇ ਵੈਨ ਅ solid melts its temperature remains the same, so where does the heat energy go? ਉਸ ਤੋਂ ਪਹਿਲਾਂ ਆਪਾਂ ਜਿਹੜਾ ਆਈਸ ਹੁੰਦੀ ਆ, ਮਤਲਬ ਆਪਣੇ ਕੋਲ ਜਿਹੜੀ ਬਰਫ਼ ਹੈ ਉਹਦਾ ਮੈਲਟਿੰਗ ਪੁਆਇੰਟ ਤੁਹਾਨੂੰ ਲਰਨ ਹੋਣਾ ਚਾਹੀਦਾ। 273.16 ਕੈਲਵਿਨ ਹੈ ਜਿਹੜਾ, ਔਰ ਆਈਸ ਦਾ ਕੀ ਹੁੰਦਾ, ਮੈਲਟਿੰਗ ਪੁਆਇੰਟ ਹੁੰਦਾ। ਇੱਕ ਡੈਫੀਨੇਸ਼ਨ ਵੀ ਆ ਸਕਦੀ ਹੈ, ਵਾਟ ਡੂ ਯੂ ਮੀਨ ਬਾਈ ਫਿਊਜ਼ਨ। ਸਿੰਪਲ ਫਿਊਜ਼ਨ ਦੀ ਡੈਫੀਨੇਸ਼ਨ ਆ ਸਕਦੀ ਹੈ, ਫਿਊਜ਼ਨ ਕੀ ਹੁੰਦੀ ਹੈ। ਤਾਂ ਜਦੋਂ ਜਿਹੜੀ ਪ੍ਰੋਸੈਸ ਹੁੰਦੀ ਹੈ ਜਿਹਦੇ ਵਿੱਚ ਕੀ ਸੋਲਿਡ ਹੈ ਜਿਹੜਾ ਕੀ ਚ ਕਨਵਰਟ ਹੋ ਜਾਂਦਾ, ਲਿਕੁਇਡ ਸਟੇਟ ਦੇ ਵਿੱਚ ਕਨਵਰਟ ਹੋ ਜਾਂਦਾ, ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹੁੰਦੇ ਆ, ਉਸ ਪ੍ਰੋਸੈਸ ਨੂੰ ਆਪਾਂ ਫਿਊਜ਼ਨ ਕਹਿੰਦੇ ਹੁੰਦੇ ਆ। The process of melting, that is the change of solid state into liquid state, is also known as fusion। solid ਕੀ ਚ ਕਨਵਰਟ ਹੋ ਗਿਆ, ਲਿਕੁਇਡ ਚ, ਉਸ ਪ੍ਰੋਸੈਸ ਨੂੰ ਕਹਿੰਦੇ ਆ ਫਿਊਜ਼ਨ। ਔਰ ਡਰਾਈ ਆਈਸ ਹੈ ਜਿਹੜੀ, ਉਹਦਾ ਮੈਲਟਿੰਗ ਪੁਆਇੰਟ ਹੁੰਦਾ 273.16 ਕੈਲਵਿਨ। ਨੈਕਸਟ ਇੱਕ ਕੁਐਸਚਨ ਉਹ ਅਰਾਈਜ਼ ਕਰ ਰਹੇ ਆ ਐਨਸੀਈਆਰਟੀ ਵਾਲੀ ਬੁੱਕ ਚ, ਜਿਹੜਾ ਕੁਐਸਚਨ ਹੈ when a solid melts its temperature remains the same। ਜਦੋਂ ਸੋਲਿਡ ਕੀ ਕਰ ਰਿਹਾ, ਮੈਲਟ ਕਰ ਰਿਹਾ, ਤਾਂ ਜਿਹੜਾ ਟੈਂਪਰੇਚਰ ਹੈ ਉਦੋਂ ਆਪਾਂ ਕੋਈ ਇਨਕਰੀਜ਼ ਨਹੀਂ ਕਰਵਾਵਾਂਗੇ, ਟੈਂਪਰੇਚਰ ਸੇਮ ਹੀ ਰਹੂਗਾ। ਤਾਂ ਕਹਿੰਦੇ ਸੋ ਵੇਅਰ ਡਜ਼ ਦ ਹੀਟ એનર્ਜੀ ਗੋ, ਤਾਂ ਹੀਟ એનર્ਜੀ ਦਾ ਪੁੱਛਿਆ ਉਹਨਾਂ ਨੇ, ਉਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ ਹੁਣ। ਜਿਵੇਂ ਆਪਾਂ ਕੋਈ ਵੀ ਮੰਨ ਲਓ ਬੀਕਰ ਵਗੈਰਾ ਲੈ ਲਿਆ, ਬੀਕਰ ਦੇ ਵਿੱਚ ਆਪਾਂ ਨੇ ਕੀ ਰੱਖਿਆ, ਆਈਸ ਲਈ। ਜਦੋਂ ਆਪਾਂ ਆਈਸ ਲਈ ਬੀਕਰ ਦੇ ਵਿੱਚ, ਤਾਂ ਆਪਾਂ ਜਿਹੜਾ ਆਈਸ ਹੈ ਨੀਚੇ ਉਹਨੂੰ ਹੀਟ ਸਪਲਾਈ ਕਰਵਾਵਾਂਗੇ। ਜਦੋਂ ਬਰਨਰ ਚਲਾਵਾਂਗੇ, ਹੀਟ ਸਪਲਾਈ ਕੀਤੀ ਆਈਸ ਨੂੰ, ਦੈਨ ਉਹਦਾ ਕੀ ਹੋਣਾ, ਮੈਲਟਿੰਗ ਹੋਣੀ ਸਟਾਰਟ ਹੋ ਜੂਗੀ।
ऑब्वियसली जो मेल्टिंग होगी ਪਹਿਲਾਂ ਕੀ ਸੀਗੇ ਜਿਹੜੇ ਸੋਲਿਡ ਦੇ ਪਾਰਟੀਕਲ ਸੀ ਫੋਰਸਸ ਆਫ ਅਟਰੈਕਸ਼ਨ ਬਹੁਤ ਸੀ ਮਤਲਬ ਇੱਕ ਦੂਜੇ ਦੇ ਬਹੁਤ ਨੇੜੇ ਸੀ ਪਾਰਟੀਕਲਸ ਜਿਵੇਂ ਹੀ ਟੈਂਪਰੇਚਰ ਇਨਕਰੀਜ਼ ਕਰਵਾਇਆ ਮਤਲਬ ਆਪਾਂ ਜਿਵੇਂ ਹੀ ਉਹਨੂੰ ਹੀਟ ਸਪਲਾਈ ਕੀਤੀ ਦੈਨ ਕੀ ਹੋਊਗਾ ਕਿ ਜਿਹੜੇ ਫੋਰਸਸ ਆਫ ਅਟਰੈਕਸ਼ਨ ਹੈ ਪਾਰਟੀਕਲਸ ਦੇ ਵਿੱਚ ਉਹ ਓਵਰਕਮ ਹੋ ਜੂਗੀ ਮੀਨਸ ਘਟ ਜੂਗੀ ਜਿਹਦੀ ਵਜ੍ਹਾ ਨਾਲ ਆਪਾਂ ਨੂੰ ਇਹਨਾਂ ਨੇ ਕਿਹਾ ਹੋਇਆ ਐਜ਼ ਦਿਸ ਹੀਟ એનર્ਜੀ ਇਜ਼ ਅਬਜ਼ੌਰਬਡ ਬਾਈ ਆਈਸ ਵਿਦਆਊਟ ਸ਼ੋਇੰਗ ਐਨੀ ਰਾਈਜ਼ ਇਨ ਟੈਂਪਰੇਚਰ ਮਤਲਬ ਆਪਾਂ ਟੈਂਪਰੇਚਰ ਨਹੀਂ ਵਧਾਵਾਂਗੇ ਜਸਟ ਜਿਵੇਂ ਸਿੰਪਲ ਆਪਾਂ ਕੀ ਕੀਤਾ ਬੀਕਰ ਲਿਆ ਉਹ ਚ ਆਈਸ ਲਈ ਹੀਟ ਸਪਲਾਈ ਕਰਵਾਈ ਜਿਵੇਂ ਜਿਵੇਂ ਕੀ ਹੈ ਮੈਲਟਿੰਗ ਹੋਣੀ ਸਟਾਰਟ ਹੋ ਰਹੀ ਹੈ ਬਰਫ਼ ਜਿਹੜੀ ਮੈਲਟ ਹੋ ਰਹੀ ਹੈ ਉੱਥੇ ਆਪਾਂ ਨੂੰ ਕੀ ਸ਼ੋ ਹੋ ਰਿਹਾ ਕਿ ਫੋਰਸਸ ਆਫ ਅਟਰੈਕਸ਼ਨ ਘਟਣਗੀਆਂ ਮੀਨਸ ਫੋਰਸ ਆਫ ਜਿਹੜੀ ਮੋਲੀਕਿਊਲਸ ਨੂੰ ਟਾਈਟਲੀ ਹੈਲਡ ਰੱਖਣ ਦੀ ਕੈਪੈਸਿਟੀ ਹੁੰਦੀ ਹੈ ਉਹ ਫੋਰਸਸ ਆਫ ਅਟਰੈਕਸ਼ਨ ਦੀ ਉਹ ਘਟ ਜਾਂਦੀਆਂ ਨੇ ਫੋਰਸਸ ਆਫ ਅਟਰੈਕਸ਼ਨ ਠੀਕ ਹੈ ਉਸ ਤੋਂ ਬਾਅਦ ਇੱਥੇ ਆਪਾਂ ਨੂੰ ਇਹਨਾਂ ਨੇ ਕਿਹਾ ਹੋਇਆ ਲੇਟੈਂਟ ਹੀਟ ਲੇਟੈਂਟ ਵਰਡ ਹੈ ਜਿਹੜਾ ਲੇਟੈਂਟ ਵਰਡ ਦਾ ਮੀਨਿੰਗ ਕੀ ਹੁੰਦਾ ਹਿਡਨ ਮੀਨਸ ਛੁਪੀ ਹੋਈ ਤਾਂ ਲੇਟੈਂਟ ਹੀਟ ਆਫ ਫਿਊਜ਼ਨ ਕੀ ਹੁੰਦਾ ਦਾ ਅਮਾਉਂਟ ਆਫ ਹੀਟ એનર્ਜੀ ਫਸਟ ਆਫ ਆਲ ਪਹਿਲਾਂ ਤਾਂ ਤੁਹਾਨੂੰ ਲੇਟੈਂਟ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਲੇਟੈਂਟ ਦਾ ਮੀਨਿੰਗ ਹੁੰਦਾ ਹਿਡਨ ਤੇ ਇਹਦੀ ਡੈਫੀਨੇਸ਼ਨ ਹੈਗੀ ਜਿਹੜੀ ਪ੍ਰੋਪਰ ਇਹਦੀ ਡੈਫੀਨੇਸ਼ਨ ਦਾ ਅਮਾਉਂਟ ਆਫ ਹੀਟ એનર્ਜੀ that is required to change 1 kilogram of a solid into liquid at atmospheric pressure at its melting point is known as the latent heat of fusion ਮਤਲਬ ਇਹਦੇ ਵਿੱਚ 1 kilogram of solid ਨੂੰ ਕੀ ਚ ਕਨਵਰਟ ਕਰਦਾ solid ਜਿਹੜਾ solid get converted into liquid 1 kilogram of solid ਕੀ ਚ ਕਨਵਰਟ ਹੋਊਗਾ liquid ਦੇ ਵਿੱਚ at atmospheric pressure means ਉਹਦਾ atmospheric pressure ਔਰ temperature ਬਿਨਾ ਚੇਂਜ ਕੀਤੇ ਹੋਏ ਜਦੋਂ 1 ਕਿਲੋਗ੍ਰਾਮ solid ਕੀ ਚ ਕਨਵਰਟ ਹੁੰਦਾ ਹੈ ਆਪਣਾ liquid ਦੇ ਵਿੱਚ without changing its atmospheric pressure and its temperature ਉਸ ਪ੍ਰੋਸੈਸ ਨੂੰ ਆਪਾਂ ਕਿਹੜੀ ਪ੍ਰੋਸੈਸ ਕਹਿੰਦੇ ਆ latent heat of fusion next ਆਪਣਾ ਹੈਗਾ boiling point ਹੁਣ boiling point ਆ ਜਿਹੜਾ ਕੀ ਹੁੰਦਾ ਦਾ temperature at which a liquid starts boiling ਜਿਹੜੇ ਟੈਂਪਰੇਚਰ ਤੇ ਲਿਕੁਇਡ ਆ ਜਿਹੜਾ ਬੋਇਲਿੰਗ ਮਤਲਬ ਬੋਇਲਿੰਗ ਉਹਦੀ ਸਟਾਰਟ ਹੋ ਜਾਂਦੀ ਹੈ ਐਟ ਦ ਐਟਮੋਸਫੇਰਿਕ ਪ੍ਰੈਸ਼ਰ ਕਿਹਦੇ ਤੇ ਐਟਮੋਸਫੇਰਿਕ ਪ੍ਰੈਸ਼ਰ ਤੇ ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਆ ਬੋਇਲਿੰਗ ਪੁਆਇੰਟ ਦ ਟੈਂਪਰੇਚਰ ਐਟ ਵਿਚ ਅ ਲਿਕੁਇਡ ਸਟਾਰਟਸ ਬੋਇਲਿੰਗ ਐਟ ਦ ਐਟਮੋਸਫੇਰਿਕ ਪ੍ਰੈਸ਼ਰ ਇਜ਼ ਨੋਨ ਐਜ਼ ਇਟਸ ਇਟਸ ਬੋਇਲਿੰਗ ਪੁਆਇੰਟ ਜਿਹੜਾ ਇਹਦਾ ਬੋਇਲਿੰਗ ਪੁਆਇੰਟ ਬੋਇਲਿੰਗ ਹੁੰਦਾ ਆਪਣਾ ਬੋਇਲਿੰਗ ਇੱਕ ਬਲਕ ਫਿਨੋਮੇਨਾ ਹੈ ਬਲਕ ਫਿਨੋਮੇਨਾ ਦਾ ਮੀਨਿੰਗ ਕੀ ਹੁੰਦਾ ਹੁਣ ਬਲਕ ਫਿਨੋਮੇਨਾ ਦੇ ਵਿੱਚ ਜਿਵੇਂ ਆਪਾਂ ਕੋਈ ਵੀ ਕੰਟੇਨਰ ਲੈ ਲਿਆ ਜਾਂ ਕੋਈ ਬੀਕਰ ਲੈ ਲਓ ਕੋਈ ਵੀ ਆਪਾਂ ਕੰਟੇਨਰ ਕਿਸੇ ਦੀ ਵੀ ਗੱਲ ਕਰ ਰਹੇ ਹਾਂ ਕੰਟੇਨਰ ਲੈ ਲਿਆ ਉਹਦੇ ਵਿੱਚ ਜਿਵੇਂ ਆਪਣਾ ਹੁਣ ਆਪਾਂ ਵਾਟਰ ਲੈ ਲਿਆ ਕੋਈ ਕੰਟੇਨਰ ਲਿਆ ਉਸ 'ਚ ਵਾਟਰ ਫਿਲ ਕਰਾਂਗੇ ਤੇ ਉਹਨੂੰ ਆਪਾਂ ਹੀਟ ਅਪਲਾਈ ਕਰ ਰਹੇ ਹਾਂ ਜਦੋਂ ਹੀਟ ਉਹਨੂੰ ਅਪਲਾਈ ਕਰਾਂਗੇ ਦੈਨ ਕੀ ਹੋਊਗਾ ਕਿ ਜਿਹੜਾ ਲਿਕੁਇਡ ਹੈ ਉਹ ਐਵੇਂ ਤਾਂ ਨਹੀਂ ਹੋਊਗਾ ਵੀ ਜੇ ਲਿਕੁਇਡ ਦਾ ਜਿਹੜਾ ਬਾਟਮ ਵਾਲਾ ਪਾਰਟ ਹੈ ਬਾਟਮ ਨੀਚੇ ਬਾਟਮ ਤੋਂ ਕੀ ਹੈ ਇਕੱਲਾ ਉਹੀ ਹੀਟ ਹੋਊਗਾ ਨਹੀਂ ਲਿਕੁਇਡ ਹੈ ਜਿਹੜਾ ਕੰਟੇਨਰ ਦੇ ਵਿੱਚ ਪਿਆ ਪਹਿਲਾਂ ਤਾਂ ਉਹਦਾ ਨੀਚੇ ਵਾਲਾ ਜਿਹੜਾ ਸਰਫੇਸ ਹੈ ਬਾਟਮ ਤੇ ਜਿਹੜੇ ਪਾਰਟੀਕਲਸ ਨੇ ਪਹਿਲਾਂ ਤਾਂ ਉਹ ਕੀ ਹੋਣਗੇ ਉਹ ਬੋਇਲ ਹੋਣਗੇ ਦੈਨ ਜਦੋਂ ਬੋਇਲ ਹੋ ਜਾਣਗੇ ਉੱਪਰ ਚਲੇ ਜਾਣਗੇ ਫਿਰ ਜਿਹੜੇ ਉੱਪਰ ਮਤਲਬ ਸਾਈਡਸ ਤੇ ਨੇ ਲਿਕੁਇਡ ਦੇ ਜਿਹੜੇ ਸਾਈਡ ਵਾਲੇ ਪਾਰਟੀਕਲਸ ਨੇ ਉਹ ਨੀਚੇ ਆ ਜਾਣਗੇ ਐਵੇਂ ਸੇਮ ਉੱਪਰ ਵਾਲੇ ਉਹ ਨੀਚੇ ਆ ਜਾਣਗੇ ਮਤਲਬ ਇਹ ਕੀ ਹੋਊਗਾ ਇੱਕ ਬਲਕ ਫਿਨੋਮੇਨਾ ਹੈ ਕਿ ਕੱਲਾ ਹੇਠਲਾ ਜਿਹੜਾ ਨੀਚੇ ਵਾਲਾ ਪਾਰਟ ਹੈ ਉਹ ਹੈ ਜਿਹੜਾ ਹੀਟ ਨਹੀਂ ਹੋਊਗਾ ਕੱਲਾ ਉਹੀ ਬੋਇਲ ਨਹੀਂ ਹੋਊਗਾ ਪੂਰਾ ਜੋ ਲਿਕੁਇਡ ਹੈ ਕੰਟੇਨਰ ਦੇ ਵਿੱਚ ਉਹ ਸਾਰੇ ਦਾ ਸਾਰਾ ਕੀ ਹੋਊਗਾ ਹੀਟ ਹੋਊਗਾ ਸਾਰਾ ਬੋਇਲ ਹੋਊਗਾ ਉਸ ਤਾਂ ਕਰਕੇ ਪੜਾ ਇਹਨੂੰ ਬੋਇਲਿੰਗ ਇਹਨੂੰ ਕਹਿੰਦੇ ਨੇ ਬਲਕ ਫਿਨੋਮੇਨਾ ਉਸ ਤੋਂ ਬਾਅਦ ਜਿਹੜੇ ਪਾਰਟੀਕਲਸ ਹੁੰਦੇ ਨੇ ਬਲਕ ਆਫ ਦ ਲਿਕੁਇਡ ਗੇਨ ਇਨਫ એનર્ਜੀ ਟੂ ਦ ਚੇਂਜ ਇਨਟੂ ਵੇਪਰ ਸਟੇਟਸ ਦੈਨ ਉਹ ਕੀ ਚ ਕਨਵਰਟ ਹੋ ਜਾਂਦੇ ਨੇ ਵੇਪਰ ਸਟੇਟ ਦੇ ਵਿੱਚ ਇਸ ਤੋਂ ਪਹਿਲਾਂ ਆਪਾਂ ਨੇ ਪੜਿਆ ਸੀਗਾ ਮੈਲਟਿੰਗ ਪੁਆਇੰਟ ਬਾਰੇ ਆਈਸ ਦਾ ਮੈਲਟਿੰਗ ਪੁਆਇੰਟ ਦੇਖਿਆ ਸੀ ਕਿ ਉਹਦੇ ਵਿੱਚ ਆਪਣੇ ਕੋਲ ਕੀ ਹੁੰਦਾ 273.16 ਕੈਲਵਿਨ ਹੈ ਜਿਹੜਾ ਕੈਲਵਿਨ ਕੀ ਤੋਂ ਲਿਆ ਗਿਆ ਸੀ ਕੈਲਵਿਨ ਇੱਕ ਸਾਇੰਟਿਸਟ ਦਾ ਨੇਮ ਹੈ ਜਿਹਤੋਂ ਆਪਾਂ ਨੇ ਮੈਲਟਿੰਗ ਪੁਆਇੰਟ ਹੈ ਜਿਹੜਾ ਲਿਆ ਮਤਲਬ ਕੈਲਵਿਨ ਹੈ ਜਿਹੜਾ ਕੈਪੀਟਲ ਕੇ ਦੇ ਨਾਲ ਉਹਨੂੰ ਡਿਨੋਟ ਕਰਦੇ ਹੁੰਦੇ ਆ ਤੇ ਜਿਹੜੀ ਆਈਸ ਹੁੰਦੀ ਆਪਣੀ 273.16 ਉਹਦਾ ਮੈਲਟਿੰਗ ਪੁਆਇੰਟ ਹੁੰਦਾ ਔਰ ਕੇ ਉਹਦਾ ਜਿਹੜਾ ਸਟੈਂਡਸ ਕਰਦਾ ਕਿ ਇਹਨੂੰ ਕੈਲਵਿਨ ਨੂੰ ਕੈਲਵਿਨ ਇੱਕ ਸਾਇੰਟਿਸਟ ਦਾ ਨੇਮ ਹੈ ਹਾਂਜੀ ਨੈਕਸਟ ਹੈਗਾ ਆਪਣਾ ਆਈਸ ਦਾ ਜਿਹੜਾ ਮੈਲਟਿੰਗ ਪੁਆਇੰਟ ਹੁੰਦਾ ਹੈ ਜੇ ਆਪਾਂ ਸੈਲਸੀਅਸ ਸਕੇਲ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਆਈਸ ਦਾ ਮੈਲਟਿੰਗ ਪੁਆਇੰਟ ਹੋਊਗਾ ਸੈਲਸੀਅਸ ਦੇ ਵਿੱਚ ਆਪਣਾ 0 ਡਿਗਰੀ ਸੈਲਸੀਅਸ ਹੋਊਗਾ ਦੈਨ ਜੇ ਆਪਾਂ ਗੱਲ ਕਰਨੀ ਹੋਵੇ ਕੈਲਵਿਨ ਦੇ ਵਿੱਚ ਤਾਂ ਜਿਹੜਾ ਆਈਸ ਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਕੈਲਵਿਨ ਦੇ ਵਿੱਚ 273.16 ਕੈਲਵਿਨ ਹੈ ਜਿਹੜਾ ਉਹ ਆਈਸ ਦਾ ਮੈਲਟਿੰਗ ਪੁਆਇੰਟ ਹੋਊਗਾ ਡਿਗਰੀ ਸੈਲਸੀਅਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ 0 ਹੋਊਗਾ ਉਸ ਤੋਂ ਬਾਅਦ ਐਸਆਈ ਯੂਨਿਟ ਆਫ ਟੈਂਪਰੇਚਰ ਇਜ਼ ਕੈਲਵਿਨ
ਜੇ ਆਪਾਂ SI यूनिट देखिए तो टैंपरेचर की SI यूनिट हमेशा कैलविन च होगी, डिग्री सैल्सियस दे विच नहीं होगी। इंपॉर्टेंट नोट करना तुसीं कि जिहड़ी SI यूनिट हुंदी है टैंपरेचर की, वो हमेशा कैलविन च हुंदी है, डिग्री सैल्सियस दे विच नहीं हुंदी। उस तो बाद जे आपां डिग्री सैल्सियस है जिहड़ी कन्वर्जन करनी है, जे आपां डिग्री सैल्सियस है जिहड़ा नूं कैलविन च कन्वर्ट करना है, दैन आपां की ऐड करांगे +273। फिर आपां 273 नूं ऐड करांगे। उस तो बाद जिवें आपां एग्जांपल लै लैंदे हां, एक जिवें 0 डिग्री सैल्सियस है उन्होंने कन्वर्ट किया कैलविन दे विच। 0 डिग्री सैल्सियस नूं कन्वर्ट करना जो कैलविन दे विच, तो आपां 0 दे विच की ऐड करता 273। जो 273 ऐड किया तो आंसर कितना आ गया 273 कैलविन। वेरी ईजी। उस तो बाद नैक्सट सैकेंड जिहड़ा अपना क्वेश्चन है 100 डिग्री सैल्सियस है, जो उन्होंने आपां कन्वर्ट करने कैलविन दे विच, तां सेम आपां करांगे। आपां नूं वैल्यू दित्ती हुई है 100 डिग्री सैल्सियस, डिग्री सैल्सियस नूं की च कन्वर्ट करता आपां, मतलब 100 दे विच आपां ने की ऐड करना सेम। रूल की कह रहा है कि जो डिग्री सैल्सियस दे विच कन्वर्ट करना है, डिग्री सैल्सियस नूं कैलविन दे विच कन्वर्ट करना है, दैन अपने कोल की आऊगा +273 ऐड करांगे। तो आपां सैकेंड क्वेश्चन च भी 100 दे विच की ऐड करता 273 ऐड किया, तो अपने कोल आंसर आ गया 373 कैलविन। नैक्सट थर्ड हैगा जिहड़ा अपने कोल कैलविन। कैलविन नूं कन्वर्ट करना जो डिग्री सैल्सियस दे विच, तां रूल हैगा अपने कोल, उदों आपां सबट्रैक्ट कर दांगे जो भी आपां नूं वैल्यू दित्ती होगी, आपां उहदे विच उस वैल्यू चों 273 नूं माइनस कर दांगे, सबट्रैक्ट कर दांगे। ये अपने क्वेश्चंस हो गए कैलविन और डिग्री सैल्सियस दे नाल रिलेटेड है, जिहड़े कन्वर्जन दे नाल रिलेटेड क्वेश्चंस। उस तो बाद जो आपां सॉलिड है, जिहड़ी सॉलिड स्टेट नूं हीट अप्लाई करांगे विद द हेल्प ऑफ हीट, की कन्वर्ट हो जाऊगा, सॉलिड गेट कन्वर्टेड इनटू लिक्विड स्टेट। उस तो बाद लिक्विड है जो इनू हीट आपां की करांगे अप्लाई, दैन लिक्विड की कन्वर्ट हो जाऊगा गैशियस स्टेट दे विच। उस तो बाद नैक्सट जो गैशियस स्टेट है कूल करांगे दैन वो की कन्वर्ट हो गया दोबारा लिक्विड स्टेट दे विच। लिक्विड अगेन कूलिंग करवावांगे, लिक्विड की कन्वर्ट हो गया दैन सॉलिड स्टेट दे विच। नैक्सट अपना हैगा है लेटेंट हीट ऑफ वेपराइजेशन। इस तो पहले आपने लेटेंट हीट ऑफ फ्यूजन बारे पढ़िया सी। लेटेंट का एग्जैक्टली मीनिंग हुंदा हिडन, मीनस छुपी हुई। हुण इत्थे लेटेंट हीट ऑफ वेपराइजेशन का की मीनिंग है, द अमाउंट ऑफ हीट एनर्जी रिक्वायर्ड टू कंप्लीटली चेंज। इहदे विच की चेंज हो रहा है 1 किलोग्राम ऑफ लिक्विड। जो आप लेटेंट हीट ऑफ फ्यूजन किया सी, उहदे विच 1 किलोग्राम ऑफ सॉलिड चेंज हो रहा सी, सॉलिड कन्वर्ट हो रहा सी। बट इस केस दे विच लेटेंट हीट ऑफ वेपराइजेशन दे विच 1 किलोग्राम ऑफ लिक्विड है जिहड़ा वो की कन्वर्ट हो रहा वेपर स्टेट दे विच एट एटमोसफेरिक प्रैशर एंड इट्स बॉइलिंग पॉइंट। उस प्रोसैस नूं आपां की बोलते हैं लेटेंट हीट ऑफ वेपराइजेशन, मतलब लिक्विड गेट कन्वर्टेड इनटू वेपर फॉर्म। नैक्सट जिहड़ा इस प्रोसैस आपां इहनूं बोलदे हैं लेटेंट हीट ऑफ वेपराइजेशन। उस तो बाद जिहड़ा बॉइलिंग है ये ऑलरेडी डिस्कस कर लिया सी कि बॉइलिंग एक बल्क फिनोमेना हुंदा है। नैक्सट क्लास दे विच आपां ने स्टार्ट करने सब्लीमेशन टॉपिक करने, उस तो बाद इफेक्ट ऑफ चेंज ऑफ प्रैशर नैक्सट क्लास दे विच डिस्कस करांगे। हाँ जी स्टूडेंट्स, जे हुण तक तुसी जिहड़ा मेरा चैनल है जिहड़ा सबसक्राइब नहीं किया तो प्लीज़ मेरे चैनल नूं सबसक्राइब जरूर करियो, वीडियो नूं लाइक करियो एंड अपने फ्रेंड्स दे नाल शेयर जरूर करियो, और नोटिफिकेशन बैल आइकन है जिहड़ा नूं दबाउणा ना भुल्लियो, ताकि स्टडी नाल रिलेटेड कोई भी वीडियो नूं मैं अपलोड करां तां तुहानूं ओहदा नोटिफिकेशन जिहड़ा वो मिल जावे, तुसीं उस वीडियो नूं देख सको। सो स्टूडेंट्स नैक्सट वीडियो नूं भी जरूर देखियो इस चैप्टर नूं चंगी तरह समझण दे लई। थैंक्स फॉर वॉचिंग।